ਦੇਸ਼ ਪ੍ਰਦੇਸ਼ ਟੀਵੀ ਅਤੇ ਰੈੱਡ ਐਫਐਮ ਵੱਲੋਂ ਪਿਛਲੇ 4 ਹਫ਼ਤਿਆਂ ਤੋਂ ਕੈਨੇਡਾ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸਾਡਾ ਇਹ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨਾਲ ਵਾਅਦਾ ਸੀ ਕਿ ਅਸੀਂ ਆਪਣੇ ਇਸ ਸ਼ਾਨਦਾਰ ਮੁਲਕ ਦੇ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਵਾਂਗੇ। ਨਾਲ ਹੀ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਾਸਤੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਇਸ ਸੀਰੀਜ਼ ਵਿੱਚ ਮਿਲਣਗੇ। ਮੈਂ ਹਿਸਟੋਰੀਅਨ ਜਾਂ ਇਤਿਹਾਸਕਾਰ ਨਹੀਂ ਹਾਂ ਤੇ ਨਾ ਹੀ ਅਜਿਹਾ ਹੋਣ ਦਾ ਦਾਅਵਾ ਕਰਦਾ, ਪਰ ਇਹ ਕੋਸ਼ਿਸ਼ ਵੱਖ-ਵੱਖ ਸਰੋਤਾਂ ਤੋਂ ਹਾਸਲ ਕੀਤੀ ਗਈ ਜਾਣਕਾਰੀ ਤੇ ਬੇਸਡ ਹੈ। ਜੇਕਰ ਤੁਸੀਂ ਪਿਛਲੀਆਂ ਕਿਸ਼ਤਾਂ ਨਹੀਂ ਵੇਖੀਆਂ ਤਾਂ ਰੈੱਡ ਐਫਐਮ YouTube ਚੈਨਲ ਤੇ ਜਾ ਕੇ ਉਹਨਾਂ ਨੂੰ ਵੇਖ ਸਕਦੇ ਹੋ। ਅੱਜ ਪੇਸ਼ ਹੈ ਇਸੇ ਸੀਰੀਜ਼ ਦੀ ਅਗਲੀ ਤੇ 5ਵੀਂ ਕਿਸ਼ਤ। ਸਾਲ 1867 ਵਿੱਚ ਸਮੁੰਦਰ ਦੇ ਨਾਲ ਲੱਗਦੇ ਇਲਾਕੇ, ਜਿਨ੍ਹਾਂ ਨੂੰ ਮੈਰੀਟਾਈਮ ਵੀ ਕਿਹਾ ਜਾਂਦਾ ਹੈ, ਕੈਨੇਡਾ ਵਿੱਚ ਸ਼ਾਮਲ ਹੋਏ ਸਨ। ਇਹ ਵੀ ਉਸ ਸਮੇਂ ਬਰਤਾਨਵੀ ਕਲੋਨੀ ਸੀ ਸਨ। ਨੋਵਾ ਸਕੋਸ਼ੀਆ ਅਤੇ ਨਿਊ ਬ੍ਰੰਜ਼ਵਿਕ ਨੂੰ ਪ੍ਰੋਵਿੰਸ ਆਫ ਕੈਨੇਡਾ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਸਾਲ 1867 ਵਿੱਚ ਕਨਫੈਡਰੇਸ਼ਨ ਹੋਂਦ ਵਿੱਚ ਆ ਗਈ, ਜਿਸ ਨੂੰ ਡੋਮੀਨੀਅਨ ਆਫ ਕੈਨੇਡਾ ਦਾ ਨਾਮ ਦਿੱਤਾ ਗਿਆ। ਇਸ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ: ਓਨਟਾਰੀਓ, ਕਿਊਬੈਕ, ਨਿਊ ਬ੍ਰੰਜ਼ਵਿਕ ਅਤੇ ਨੋਵਾ ਸਕੋਸ਼ੀਆ। ਉਸ ਸਮੇਂ ਵੱਡੀਆਂ ਬ੍ਰਿਟਿਸ਼ ਕਾਲੋਨੀਜ਼ ਬ੍ਰਿਟਿਸ਼ ਕੋਲੰਬੀਆ ਅਤੇ ਨਿਊ ਫਿਨਲੈਂਡ ਅਤੇ ਰਿਊਪਰਟਸ ਲੈਂਡ ਨਾਮ ਦੀ ਟੈਰੀਟਰੀ ਅਤੇ ਕਈ ਹੋਰ ਵੱਖਰੇ ਤੌਰ ਤੇ ਹੀ ਸਥਾਪਿਤ ਰਹੀਆਂ, ਭਾਵ ਕਨਫੈਡਰੇਸ਼ਨ ਵਿੱਚ ਸ਼ਾਮਲ ਨਹੀਂ ਹੋਏ। ਨਾਰਥ ਵੈਸਟ ਟੈਰੀਟਰੀਜ਼ ਉਸ ਵੇਲੇ ਕਨਫੈਡਰੇਸ਼ਨ ਨਾਲ ਜੁੜੀਆਂ ਜਦੋਂ ਕੈਨੇਡਾ ਨੇ ਰਿਊਪਰਟਸ ਆਈਲੈਂਡ ਆਪਣੇ ਕਬਜ਼ੇ ਵਿੱਚ ਕਰ ਲਿਆ, ਤੇ ਮੈਨੀਟੋਬਾ ਵੀ ਉਸੇ ਸਾਲ ਭਾਵ 1870 ਵਿੱਚ ਕਨਫੈਡਰੇਸ਼ਨ ਵਿੱਚ ਸ਼ਾਮਲ ਹੋ ਗਿਆ, ਜਦੋਂ ਕਿ 20 ਜੁਲਾਈ 1871 ਨੂੰ ਬ੍ਰਿਟਿਸ਼ ਕੋਲੰਬੀਆ ਕਨਫੈਡਰੇਸ਼ਨ ਵਿੱਚ ਸ਼ਾਮਲ ਹੋਇਆ। 1873 ਵਿੱਚ ਪ੍ਰਿੰਸ ਐਡਵਰਡ ਆਈਲੈਂਡ ਉਸ ਵੇਲੇ ਕਨਫੈਡਰੇਸ਼ਨ ਨਾਲ ਜੁੜਿਆ ਜਦੋਂ ਉਸ ਉੱਪਰ ਚੜ੍ਹਿਆ ਕਰਜ਼ਾ ਹੱਦਾਂ ਪਾਰ ਕਰ ਗਿਆ ਸੀ। 1898 ਵਿੱਚ ਯੂਕੌਨ ਵਿੱਚ ਸੋਨੇ ਦੀਆਂ ਖਦਾਨਾਂ ਵਿੱਚ ਚੋਖਾ ਕੰਮ ਸ਼ੁਰੂ ਹੋ ਗਿਆ। ਮਗਰੋਂ ਇਸ ਨੂੰ ਨਾਰਥ ਵੈਸਟ ਟੈਰੀਟਰੀਜ਼ ਵਿੱਚੋਂ ਵੱਖ ਕਰਕੇ ਨਵੀਂ ਟੈਰੀਟਰੀ ਵਜੋਂ ਕਨਫੈਡਰੇਸ਼ਨ ਵਿੱਚ ਸ਼ਾਮਲ ਕੀਤਾ ਗਿਆ। ਐਲਬਰਟਾ ਅਤੇ ਸਸਕੈਚਵਨ 1905 ਵਿੱਚ ਕਨਫੈਡਰੇਸ਼ਨ ਵਿੱਚ ਸ਼ਾਮਲ ਹੋਏ। ਨਾਰਥ ਵੈਸਟ ਟੈਰੀਟਰੀਜ਼ ਵਿੱਚੋਂ ਇਹ ਦੋਵੇਂ ਸੂਬੇ ਬਣਾਏ ਗਏ ਸਨ। ਭਾਵੇਂ ਕੈਨੇਡਾ ਦੀ ਕਨਫੈਡਰੇਸ਼ਨ 1867 ਵਿੱਚ ਸਥਾਪਿਤ ਹੋ ਗਈ ਸੀ, ਪਰ ਇਸ ਵਿੱਚ ਨਿਊ ਫਿਨਲੈਂਡ ਅਤੇ ਲੈਬਰਾਡੋਰ 1949 ਵਿੱਚ ਕੈਨੇਡਾ ਵਿੱਚ ਸ਼ਾਮਲ ਹੋਏ। ਸਭ ਤੋਂ ਬਾਅਦ ਵਿੱਚ ਕਨਫੈਡਰੇਸ਼ਨ ਵਿੱਚ ਸ਼ਾਮਲ ਹੋਣ ਵਾਲੀ ਟੈਰੀਟਰੀ ਸੀ ਨੂਨਾਵਟ। ਇਹ ਤੀਜੀ ਟੈਰੀਟਰੀ ਕਨਫੈਡਰੇਸ਼ਨ ਵਿੱਚ ਸਾਲ 1999 ਵਿੱਚ ਸ਼ਾਮਲ ਹੋਈ। ਸਾਲ 1931 ਵਿੱਚ ਸਟੈਟਿਊਟ ਆਫ ਵੈਸਟਮਿੰਸਟਰ ਨੂੰ ਲਾਗੂ ਕਰ ਦਿੱਤਾ ਗਿਆ ਸੀ। ਇਸ ਦੇ ਤਹਿਤ ਕੈਨੇਡਾ ਨੂੰ ਸੁਤੰਤਰ ਤੌਰ ਉੱਤੇ ਯੂਨਾਈਟਿਡ ਕਿੰਗਡਮ ਦੇ ਬਰਾਬਰ ਦਾ ਦਰਜਾ ਦੇ ਦਿੱਤਾ ਗਿਆ। ਕੈਨੇਡਾ ਦੀ ਪਾਰਲੀਮੈਂਟ ਨੂੰ ਵਿਧਾਨਕ ਪ੍ਰਭੂ ਸੰਪੰਨਤਾ ਜਾਂ ਲੈਜਿਸਲੇਟਿਵ ਸੋਵਰੈਨਿਟੀ ਪ੍ਰਦਾਨ ਕਰ ਦਿੱਤੀ ਗਈ ਸੀ। ਇਸ ਦੇ ਤਹਿਤ ਸਾਰੇ ਫੈਡਰਲ ਮਾਮਲੇ ਕੈਨੇਡਾ ਆਪ ਹੱਲ ਕਰ ਸਕਦਾ ਸੀ, ਪਰ ਉਸ ਕੋਲ ਸੰਵਿਧਾਨ ਵਿੱਚ ਜਾਂ ਸੰਵਿਧਾਨਕ ਕਾਨੂੰਨਾਂ ਵਿੱਚ ਤਬਦੀਲੀ ਦਾ ਅਧਿਕਾਰ ਨਹੀਂ ਸੀ। 1970 ਦੇ ਦਹਾਕੇ ਵਿੱਚ ਫ੍ਰੈਂਚ ਅਤੇ ਬ੍ਰਿਟਿਸ਼ ਮੂਲ ਦੇ ਨਾਲ ਪੈਦਾ ਹੋਇਆ ਤਣਾਅ ਆਪਣੇ ਸਿਖਰਾਂ ਉੱਤੇ ਪਹੁੰਚ ਗਿਆ। ਉਸ ਸਮੇਂ ਫ੍ਰੈਂਚ ਮੂਲ ਦੇ ਲੋਕਾਂ ਨੇ ਕਿਊਬੈਕ ਨੂੰ ਕੈਨੇਡਾ ਤੋਂ ਨਿਖੇੜਨ ਵਾਸਤੇ ਅੰਦੋਲਨ ਸ਼ੁਰੂ ਕਰ ਦਿੱਤਾ। ਵੋਟਾਂ ਵਿੱਚ ਲੋਕਾਂ ਨੇ ਕਿਊਬੈਕ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਯੋਜਨਾ ਰੱਦ ਕਰ ਦਿੱਤੀ। ਵੱਖ ਹੋਣ ਦੀਆਂ ਕੋਸ਼ਿਸ਼ਾਂ ਇਸ ਪਿੱਛੋਂ ਵੀ ਕਈ ਵਾਰ ਹੋਈਆਂ। ਹਰ ਵਾਰ ਇਹ ਕੋਸ਼ਿਸ਼ਾਂ ਫੇਲ ਹੀ ਹੋਈਆਂ। ਇਸ ਦੇ ਬਾਵਜੂਦ ਫ੍ਰੈਂਚ ਭਾਸ਼ਾ ਪਹਿਲੀ ਭਾਸ਼ਾ ਦਾ ਦਰਜਾ ਲੈ ਗਈ। ਸਾਲ 1976 ਵਿੱਚ ਫ੍ਰੈਂਚ ਭਾਸ਼ਾ ਨੂੰ ਕੈਨੇਡਾ ਦੀ ਸਰਕਾਰੀ ਭਾਸ਼ਾ ਦਾ ਦਰਜਾ ਵੀ ਦੇ ਦਿੱਤਾ ਗਿਆ। ਬਾਕੀ ਅਗਲੀ ਕਿਸ਼ਤ ਵਿੱਚ। ਰੈੱਡ ਐਫਐਮ ਕੈਨੇਡਾ ਲਈ ਮੈਂ ਰਿਸ਼ੀ ਨਾਗਰ।